ਅੱਜ ਅਸੀਂ ਫਿਰ ਅਫਸੀਆਂ ਦਾ ਖਤ ਖੋਲਾਂਗੇ, ਉਸ ਦਾ 5 ਅਧਿਆਏ ਅਤੇ ਉਸ ਦੀ 25 ਆਇਤ ਤੋਂ ਲੈ ਕੇ ਉਸ ਦੀ 33 ਆਇਤ ਤੱਕ। ਉਸ ਵਿੱਚ ਪੌਲੁਸ ਕਹਿੰਦਾ ਹੈ, ਪਤਿਓ ਆਪਣੀਆਂ ਪਤਨੀਆਂ ਨੂੰ ਉਵੇਂ ਹੀ ਪ੍ਰੇਮ ਕਰੋ ਜਿਵੇਂ ਮਸੀਹ ਨੇ ਕਲੀਸਿਆ ਨਾਲ ਕੀਤਾ। ਮਸੀਹ ਕਲੀਸਿਆ ਲਈ ਮਾਰਿਆ ਗਿਆ। ਉਹ ਕਲੀਸਿਆ ਨੂੰ ਆਪਣੀ ਸੇਵਾ ਵਾਸਤੇ ਸ਼ੁੱਧ ਬਣਾਉਣ ਲਈ ਮਰਿਆ ਸੀ। ਪਰ ਪਹਿਲਾਂ ਮਸੀਹ ਨੇ ਕਲੀਸਿਆ ਨੂੰ ਖੁਸ਼ਖਬਰੀ ਰਾਹੀਂ ਪਾਣੀ ਨਾਲ ਧੋ ਕੇ ਸਾਫ਼ ਕੀਤਾ। ਮਸੀਹ ਮਰਿਆ ਤਾਂ ਜੋ ਉਹ ਕਲੀਸਿਆ ਨੂੰ ਆਪਣੇ ਆਪ ਲਈ ਇੱਕ ਵਹੁਟੀ ਵਾਂਗ ਮਹਿਮਾ ਨਾਲ ਸਮਰਪਿਤ ਕਰ ਸਕੇ, ਜੋ ਮਹਿਮਾ ਨਾਲ ਭਰਪੂਰ ਹੈ। ਉਹ ਮਰਿਆ ਤਾਂ ਜੋ ਕਲੀਸਿਆ ਪਵਿੱਤਰ ਅਤੇ ਦੋਸ਼ ਰਹਿਤ ਹੋ ਸਕੇ ਅਤੇ ਬਦੀ ਤੋਂ ਬਿਨਾਂ ਹੋ ਸਕੇ, ਜਾਂ ਪਾਪ ਜਾਂ ਹੋਰ ਕਿਸੇ ਵੀ ਗੱਲ ਤੋਂ ਜੇ ਗਲਤ ਹੈ। ਅਤੇ ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਇਸੇ ਤਰ੍ਹਾਂ ਪ੍ਰੇਮ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪ੍ਰੇਮ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪ੍ਰੇਮ ਕਰਦੇ ਹਨ। ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹੈ, ਉਹ ਆਪਣੇ ਆਪ ਨੂੰ ਪ੍ਰੇਮ ਕਰਦਾ ਹੈ, ਕਿਉਂਕਿ ਕਦੇ ਵੀ ਕਿਸੇ ਨੇ ਆਪਣੇ ਖੁਦ ਦੇ ਸਰੀਰ ਨੂੰ ਨਫ਼ਰਤ ਨਹੀਂ ਕੀਤੀ। ਹਰ ਕੋਈ ਆਪਣੇ ਸਰੀਰ ਦਾ ਪੋਸ਼ਣ ਕਰਦਾ ਹੈ ਅਤੇ ਇਸ ਦਾ ਚੰਗਾ ਖਿਆਲ ਰੱਖਦਾ ਹੈ, ਅਤੇ ਇਹ ਗੱਲ ਹੈ ਜਿਹੜੀ ਮਸੀਹ ਨੇ ਕਲੀਸਿਆ ਲਈ ਕੀਤੀ, ਕਿਉਂਕਿ ਅਸੀਂ ਉਹਦੇ ਸਰੀਰ ਦੇ ਅੰਗ ਹਾਂ। ਪੋਥੀਆਂ ਆਖਦੀਆਂ ਹਨ, ਇਸ ਲਈ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਦੇਵੇਗਾ ਅਤੇ ਆਪਣੀ ਪਤਨੀ ਨਾਲ ਮਿਲ ਜਾਵੇਗਾ। ਇਸੇ ਤਰ੍ਹਾਂ ਉਹ ਦੋਵੇਂ ਇੱਕ ਬਣ ਜਾਣਗੇ। ਇਹ ਗੁਪਤ ਸੱਚ ਬਹੁਤ ਮਹੱਤਵਪੂਰਨ ਹੈ। ਮੈਂ ਮਸੀਹ ਅਤੇ ਕਲੀਸਿਆ ਦੇ ਬਾਰੇ ਗੱਲ ਕਰ ਰਿਹਾ ਹਾਂ, ਪਰ ਇਹ ਤੁਹਾਡੇ ਵਿੱਚ ਹਰ ਇੱਕ ਉੱਤੇ ਲਾਗੂ ਹੁੰਦਾ ਹੈ। ਤੁਹਾਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪ੍ਰੇਮ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਪ੍ਰੇਮ ਕਰਦੇ ਹੋ, ਅਤੇ ਇੱਕ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ। ਹੁਣ ਅਸੀਂ ਇਹ ਗੱਲ ਦੇਖੀ ਹਸਬੈਂਡ ਅਤੇ ਵਾਈਫ ਦੀ। ਅਸੀਂ ਪਿਛਲੇ ਹਫ਼ਤੇ ਦੇਖਿਆ ਕਿ ਕਿਵੇਂ ਪ੍ਰਭੂ ਕਹਿੰਦਾ ਹੈ ਕਿ ਪਤਨੀਆਂ ਜੋ ਹਨ ਉਹ ਆਪਣੇ ਪਤੀਆਂ ਦੀ ਰਿਸਪੈਕਟ ਕਰਨ, ਉਹਨਾਂ ਦਾ ਆਦਰ ਕਰਨ। ਹਸਬੈਂਡ ਵਾਈਫ ਦੇ ਵਿੱਚ ਇੱਕ ਰਿਸਪੈਕਟ ਹੋਣਾ ਚਾਹੀਦਾ ਹੈ। ਸਪੈਸ਼ਲੀ ਪਤਨੀਆਂ ਨੂੰ ਆਪਣੇ ਪਤੀਆਂ ਦਾ ਰਿਸਪੈਕਟ ਕਰਨਾ ਚਾਹੀਦਾ ਹੈ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਹਸਬੈਂਡ ਹੁੰਦੇ ਹਨ ਉਹਨਾਂ ਨੂੰ ਆਪਣੀਆਂ ਪਤਨੀਆਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਉਹਨਾਂ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਹੈ, ਉਹਨਾਂ ਨੂੰ ਆਪਣੇ ਵਾਂਗੂ ਹੀ ਸਮਝਣਾ ਚਾਹੀਦਾ ਹੈ। ਅਤੇ ਅਸੀਂ ਇਹ ਗੱਲ ਦੇਖਦੇ ਹਾਂ ਕਿ ਬਾਈਬਲ ਆਖਦੀ ਹੈ, ਜੈਨੇਸਿਸ ਉਤਪਤ ਦੀ ਕਿਤਾਬ ਉਹਦਾ 2 ਅਧਿਆਏ ਅਤੇ ਉਹਦੀ 18 ਆਇਤ ਵਿੱਚ, ਪ੍ਰਭੂ ਨੇ ਜਦੋਂ ਦੇਖਿਆ ਕਿ ਆਦਮ ਜਦੋਂ ਬਣਾ ਦਿੱਤਾ ਗਿਆ ਅਤੇ ਉਸਨੇ ਕਿਹਾ ਕਿ ਇਹ ਚੰਗੀ ਗੱਲ ਨਹੀਂ ਹੈ ਕਿ ਆਦਮ ਇਕੱਲਾ ਰਵੇ, ਕਿ ਇੱਕ ਬੰਦਾ ਇਕੱਲਾ ਰਵੇ, ਮੈਂ ਇਹਦੇ ਲਈ ਇੱਕ ਸਹਾਇਕ ਤਿਆਰ ਕਰਾਂਗਾ। ਅਤੇ ਉਸੇ ਦੌਰਾਨ ਪ੍ਰਭੂ ਨੇ ਹਵਾ ਦੀ ਰਚਨਾ ਕੀਤੀ ਅਤੇ ਪ੍ਰਭੂ ਨੇ ਉਹਨਾਂ ਦਾ ਵਿਆਹ ਕੀਤਾ। ਅਤੇ ਇਸ ਕਰਕੇ ਅਸੀਂ ਪੜ੍ਹਦੇ ਹਾਂ ਫਿਰ ਉਤਪਤ ਦੀ ਕਿਤਾਬ ਉਸ ਦਾ 2 ਅਧਿਆਏ ਅਤੇ ਉਸ ਦੀ 24 ਆਇਤ, ਉਹਦੇ ਵਿੱਚ ਲਿਖਦਾ ਹੈ ਪ੍ਰਭੂ ਕਿ ਹੁਣ ਇੱਕ ਆਦਮੀ ਆਪਣੇ ਮਾਂ ਬਾਪ ਨੂੰ ਛੱਡ ਕੇ ਆਪਣੀ ਵਾਈਫ ਦੇ ਨਾਲ, ਆਪਣੀ ਪਤਨੀ ਦੇ ਨਾਲ ਮਿਲ ਜਾਵੇਗਾ। ਅਤੇ ਜੋ ਇੱਕ ਵਿਆਹ ਦਾ ਰਿਸ਼ਤਾ ਹੈ ਉਹ ਸਾਰੇ ਰਿਸ਼ਤਿਆਂ ਤੋਂ ਵੱਡਾ ਹੈ ਇਸ ਦੁਨੀਆ ਦੇ ਵਿੱਚ। ਉਹ ਮਾਂ ਬਾਪ ਦੇ ਰਿਸ਼ਤੇ ਤੋਂ ਵੀ ਵੱਡਾ ਹੈ, ਉਹ ਬੇਟੇ ਬੇਟੀਆਂ ਦੇ ਰਿਸ਼ਤੇ ਤੋਂ ਵੱਡਾ ਹੈ, ਉਹ ਹਰੇਕ ਰਿਸ਼ਤੇ ਤੋਂ ਵੱਡਾ ਹੈ। ਕਿਉਂਕਿ ਬਿਨਾਂ ਵਿਆਹ ਤੋਂ ਸੰਸਾਰ ਨਹੀਂ ਚੱਲ ਸਕਦਾ, ਅਤੇ ਬਿਨਾਂ ਵਿਆਹ ਤੋਂ ਇੱਕ ਚੰਗੀ ਸੁਸਾਇਟੀ ਨਹੀਂ ਬਣ ਸਕਦੀ। ਜੇ ਵਿਆਹ ਚੰਗਾ ਹੈ ਅਤੇ ਨਿਆਣੇ ਚੰਗੇ ਹੋਣਗੇ, ਉਹਨਾਂ ਨੂੰ ਤੁਸੀਂ ਚੰਗੀ ਸਮਝ ਦੇ ਸਕੋਗੇ। ਜੇ ਵਿਆਹ 'ਚ ਪ੍ਰੋਬਲਮ ਹੈ ਅਤੇ ਨਿਆਣਿਆਂ ਦੇ ਉੱਤੇ ਅਸਰ ਪੈਂਦਾ ਹੈ, ਜੇ ਨਿਆਣੇ 'ਤੇ ਅਸਰ ਪੈ ਗਿਆ, ਫੈਮਿਲੀ 'ਤੇ ਅਸਰ ਪੈ ਗਿਆ, ਅਤੇ ਸੁਸਾਇਟੀ 'ਤੇ ਅਸਰ ਪੈ ਜਾਂਦਾ ਹੈ। ਅਤੇ ਬਾਈਬਲ ਸਾਨੂੰ ਇਹਨਾਂ ਗੱਲਾਂ ਬਾਰੇ ਦੱਸਦੀ ਹੈ। ਅਤੇ ਬਾਈਬਲ ਕਹਿੰਦੀ ਹੈ ਇਬਰਾਨੀ ਦੇ ਖੱਤ ਵਿੱਚ 13 ਅਧਿਆਏ 4 ਆਇਤ ਵਿੱਚ, ਉਹ ਕਹਿੰਦਾ ਹੈ ਕਿ ਜੋ ਇੱਕ ਵਿਆਹ ਹੈ ਉਹ ਸਭਨਾਂ ਰਿਸ਼ਤਿਆਂ ਤੋਂ ਉੱਚਾ ਹੈ, ਅਤੇ ਸਾਨੂੰ ਵਿਆਹ ਦੀ ਕਦਰ ਕਰਨੀ ਚਾਹੀਦੀ ਹੈ। ਅਤੇ ਫਿਰ ਕਹਾਵਤਾਂ ਦੀ ਕਿਤਾਬ 'ਚ ਪੜ੍ਹਦੇ ਹਾਂ ਅਸੀਂ, ਕਹਾਵਤਾਂ ਦੀ ਕਿਤਾਬ ਉਹਦਾ 18 ਅਧਿਆਏ ਅਤੇ ਉਹਦੀ 22 ਆਇਤ, ਉਹਦੇ ਵਿੱਚ ਵੀ ਕਹਿੰਦਾ ਹੈ ਪ੍ਰਭੂ ਕਿ ਜੋ ਕੋਈ ਪਤਨੀ ਨੂੰ ਪਾਉਂਦਾ ਹੈ ਉਹ ਇੱਕ ਚੰਗੀ ਚੀਜ਼ ਪਾਉਂਦਾ ਹੈ, ਅਤੇ ਉਹਦੇ ਉੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ। ਵਿਆਹ ਜੋ ਹੈ ਇਹ ਪ੍ਰਭੂ ਦਾ ਗਿਫਟ ਹੈ, ਇਹ ਤੋਹਫਾ ਹੈ ਸਾਡੇ ਵਾਸਤੇ, ਤਾਂ ਕਿ ਕੋਈ ਇਕੱਲਾ ਨਾ ਰਵੇ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਹਸਬੈਂਡ ਦੀ। ਕਈ ਹਸਬੈਂਡ ਦਾ ਮੰਨਣਾ ਹੈ, ਅਗੇਨ ਜੇ ਸਾਡੇ ਕਲਚਰ ਦੀ ਗੱਲ ਕਰੀਏ, ਮੋਸਟਲੀ ਕੀ ਹੁੰਦਾ ਹੈ,
ਹਸਬੈਂਡ ਰਾਜਾ ਵਾਂਗੂ ਰਹਿੰਦਾ ਹੈ ਅਤੇ ਆਪਣੀ ਪਤਨੀਆਂ ਤੋਂ ਕੰਮ ਕਰਵਾਉਂਦੇ ਹਨ। ਮੋਸਟਲੀ ਇੱਦਾਂ ਹੁੰਦਾ ਹੈ। ਹੁਣ ਤਾਂ ਸ਼ਾਇਦ ਜ਼ਮਾਨਾ ਚੇਂਜ ਹੋ ਗਿਆ ਹੋਵੇ, ਜਾਂ ਸੱਸ ਸਹੁਰੇ ਆਪਣੇ ਨੌਹਾਂ ਨੂੰ ਚੰਗਾ ਨਹੀਂ ਸਮਝਦੇ ਜਾਂ ਉਹਨਾਂ ਦਾ ਤਿਰਸਕਾਰ ਕਰਦੇ ਹਨ, ਅਤੇ ਹਸਬੈਂਡ ਵੀ ਫਿਰ ਉਹ ਦੇਖ ਕੇ ਚੁੱਪ ਰਹਿੰਦਾ ਹੈ। ਉਹ ਵੀ ਚੰਗੀ ਗੱਲ ਨਹੀਂ ਹੈ। ਇੱਦਾਂ ਦੀਆਂ ਕਈ ਗੱਲਾਂ ਦੇਖਣ ਨੂੰ ਮਿਲਦੀਆਂ ਹਨ। ਪਰ ਇੱਕ ਜਿਹੜਾ ਚੰਗਾ ਹਸਬੈਂਡ ਹੁੰਦਾ ਹੈ, ਉਹ ਆਪਣੀ ਵਾਈਫ ਦੀ ਕਦਰ ਕਰਦਾ ਹੈ, ਉਹਦੇ ਨਾਲ ਚੰਗਾ ਵਿਵਹਾਰ ਕਰਦਾ ਹੈ। ਅਤੇ ਇਹ ਗੱਲਾਂ ਅਸੀਂ ਦੇਖਦੇ ਹਾਂ। ਅਤੇ ਪ੍ਰਭੂ ਕਹਿੰਦਾ ਹੈ ਕਿ ਇਹ ਪਤਿਓ, ਤੁਸੀਂ ਆਪਣੀ ਪਤਨੀਆਂ ਨੂੰ ਉਵੇਂ ਹੀ ਪ੍ਰੇਮ ਕਰੋ ਜਿਵੇਂ ਮਸੀਹ ਨੇ ਆਪਣੀ ਕਲੀਸਿਆ ਨਾਲ ਕੀਤਾ। ਹੁਣ ਸਭ ਤੋਂ ਚੰਗੀ ਉਦਾਹਰਨ ਸਾਨੂੰ ਮਿਲਦੀ ਹੈ ਪ੍ਰਭੂ ਯਿਸੂ ਮਸੀਹ ਦੇ ਵਿੱਚ। ਪ੍ਰਭੂ ਯਿਸੂ ਮਸੀਹ ਆਪਣੀ ਕਲੀਸਿਆ ਲਈ ਮਾਰਿਆ ਗਿਆ। ਉਹ ਆਪਣੀ ਕਲੀਸਿਆ ਲਈ ਮਾਰਿਆ ਗਿਆ ਅਤੇ ਉਹਨੇ ਆਪਣੇ ਆਪ ਨੂੰ ਨਿਛਾਵਰ ਕਰ ਦਿੱਤਾ ਤਾਂ ਕਿ ਉਹ ਸਾਨੂੰ ਬਚਾ ਲਵੇ। ਅਤੇ ਇੱਕ ਹਸਬੈਂਡ ਦਾ ਵੀ ਕੰਮ ਇਹ ਹੁੰਦਾ ਹੈ ਕਿ ਉਹ ਆਪਣੀ ਪਤਨੀ ਦਾ ਬਚਾਵ ਕਰੇ। ਇਸ ਦੁਨੀਆ ਦੇ ਵਿੱਚ ਬਹੁਤ ਹੀ ਇੱਦਾਂ ਦੇ ਲੋਕ ਹੁੰਦੇ ਹਨ ਜੋ ਕਿ ਸਾਡੇ ਉੱਤੇ ਅਟੈਕ ਕਰਦੇ ਹਨ, ਜਾਂ ਸਾਨੂੰ ਬੁਰਾ ਕਹਿੰਦੇ ਹਨ। ਸਪੈਸ਼ਲੀ ਔਰਤਾਂ ਕਈ ਵਾਰੀ ਬਹੁਤ ਡਿਫੀਕਲਟ ਸਮੇਂ ਤੋਂ ਨਿਕਲਦੀਆਂ ਹਨ, ਅਤੇ ਕਈ ਵਾਰੀ ਔਰਤਾਂ ਉੱਤੇ ਅਟੈਕ ਜ਼ਿਆਦਾ ਹੋ ਜਾਂਦਾ ਹੈ। ਜਦੋਂ ਕਈ ਵਾਰੀ ਕੋਈ ਤੁਹਾਨੂੰ ਗੱਲ ਕਰਦਾ ਹੈ, ਉਹ ਤੁਹਾਡੇ ਹਸਬੈਂਡ ਨੂੰ ਨਹੀਂ ਕਰਦਾ, ਉਹ ਵਾਈਫ ਨੂੰ ਕਰਦਾ ਹੈ। ਅਤੇ ਕਿਉਂਕਿ ਹਸਬੈਂਡ ਨੂੰ ਉਹ ਗੱਲ ਦੱਸਣਾ ਨਹੀਂ ਚਾਹੁੰਦੇ ਹੁੰਦੇ, ਬੰਦੇ ਨੂੰ ਉਹ ਗੱਲ ਦੱਸਣਾ ਨਹੀਂ ਚਾਹੁੰਦੇ ਹੁੰਦੇ, ਫਿਰ ਉਹ ਜਨਾਨੀ ਦੇ ਰਾਹੀਂ, ਔਰਤ ਦੇ ਰਾਹੀਂ ਉਹ ਪੇਸ਼ ਕਰਦੇ ਹਨ ਗੱਲ। ਕਈ ਵਾਰੀ ਇਹ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ ਹਨ ਗਲਤ। ਅਤੇ ਇੱਕ ਹਸਬੈਂਡ ਨੂੰ ਚਾਹੀਦਾ ਹੈ ਕਿ ਉਹ ਆਪਣੀ ਵਾਈਫ ਦੀ ਕਦਰ ਕਰੇ ਅਤੇ ਉਸ ਦੀ ਰਿਸਪੈਕਟ ਕਰੇ, ਅਤੇ ਉਸ ਦੀ ਸੁਰੱਖਿਆ ਕਰੇ, ਉਸ ਦੇ ਨਾਲ ਖੜ੍ਹੇ। ਪ੍ਰਭੂ ਯਿਸੂ ਮਸੀਹ ਆਪਣੀ ਕਲੀਸਿਆ ਦੇ ਨਾਲ ਖੜ੍ਹਿਆ। ਉਹ ਮਰ ਗਿਆ ਆਪਣੇ ਲੋਕਾਂ ਲਈ, ਅਤੇ ਉਹ ਤੀਜੇ ਦਿਨ ਜੇ ਉੱਠਿਆ। ਅਤੇ ਇਹ ਤੋਂ ਪਤਾ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਵਾਕਈ ਹੀ ਕਲੀਸਿਆ ਦਾ ਬਚਾਉਣ ਵਾਲਾ ਪ੍ਰਭੂ ਹੈ। ਅਤੇ ਉਹ ਕਹਿੰਦਾ ਹੈ ਕਿ ਹਸਬੈਂਡ ਜਿਹੜਾ ਹੈ ਆਪਣੀ ਪਤਨੀ ਨੂੰ ਪਿਆਰ ਕਰੇ, ਆਪਣੀ ਪਤਨੀ ਨੂੰ। ਇੱਕ ਪਤੀ ਨੂੰ ਚਾਹੀਦਾ ਹੈ ਕਿ ਉਹ ਦੂਸਰੀਆਂ ਔਰਤਾਂ ਵੱਲ ਨਾ ਜਾਵੇ ਜਾਂ ਦੂਸਰਿਆਂ ਵੱਲ ਨਾ ਦੇਖੇ, ਆਪਣੇ ਆਪ ਨੂੰ ਇੱਕ ਔਰਤ ਦੇ ਨਾਲ ਰੱਖੇ ਜੋ ਕਿ ਉਸਦੀ ਵਿਆਹੀ ਹੋਈ ਪਤਨੀ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਜਿਹੜਾ ਵਿਆਹ ਦਾ ਰਿਸ਼ਤਾ ਹੈ ਉਹ ਬਹੁਤ ਹੀ ਉੱਤਮ ਰਿਸ਼ਤਾ ਹੈ। ਅਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਦੇਖਿਆ ਜਾਵੇ, ਫਿਰ ਮੈਂ ਗੱਲ ਕਰਦਾ ਹਾਂ ਕਿ ਬੰਦੇ ਔਰਤਾਂ ਨਾਲ ਰਹਿੰਦੇ ਹਨ ਬਿਨਾਂ ਵਿਆਹ ਤੋਂ, ਜਾਂ ਬੋਆਏਫਰੈਂਡ ਗਰਲਫਰੈਂਡ ਦਾ ਅੱਜ ਬਹੁਤ ਇੱਦਾਂ ਚੱਲਦਾ ਹੈ ਸਿਸਟਮ। ਉਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਵੀ ਖਰਾਬ ਕਰਦੇ ਹੋ। ਇੱਕ ਬੰਦਾ ਜੇ ਉਹਦੀਆਂ ਕਿੰਨੀਆਂ ਗਰਲਫਰੈਂਡ ਹੋਣ ਡਿਫਰੈਂਟ ਸਮੇਂ 'ਤੇ, ਅਤੇ ਉਹਨੂੰ ਸ਼ਾਇਦ ਉਹ ਪਤਨੀ ਦਾ ਮਟੀਰੀਅਲ ਨਾ ਲੱਭਦਾ ਹੋਵੇ, ਉਹ ਡਿਫਰੈਂਟ ਲੋਕਾਂ ਕੋਲ ਜਾਂਦਾ ਹੈ, ਰਿਸ਼ਤੇ ਕਾਇਮ ਕਰਦਾ ਹੈ, ਫਿਰ ਰਿਸ਼ਤੇ ਟੁੱਟ ਜਾਂਦੇ ਹਨ, ਫਿਰ ਉਹ ਗਾਂਹ ਹੋਰ ਕੋਈ ਲੱਭ ਲੈਂਦਾ ਹੈ। ਇਹ ਇੱਕ ਦੁਸ਼ਟ ਵਾਲਾ ਕੰਮ ਹੈ, ਇਹ ਚੰਗਾ ਕੰਮ ਨਹੀਂ ਹੈ। ਆਪਣੇ ਆਪ ਨੂੰ ਇਹਨਾਂ ਤੋਂ ਬਚਾ ਕੇ ਰੱਖੋ, ਕਿਉਂਕਿ ਤੁਸੀਂ ਆਪਣੀ ਸਾਈਕੋਲੋਜੀ ਦੇ ਉੱਤੇ ਅਸਰ ਪਾਉਂਦੇ ਹੋ, ਅਤੇ ਆਪਣੀ ਆਤਮਿਕ ਜਿਹੜੀ ਇੱਕ ਚਾਲ ਹੁੰਦੀ ਹੈ, ਜੇ ਮਸੀਹੀ ਲੋਕਾਂ ਦੀ ਗੱਲ ਕਰੀਏ, ਇਹ ਆਪਣੇ ਉੱਤੇ ਤੁਸੀਂ ਇੱਕ ਦੋਸ਼ ਲਿਆਉਂਦੇ ਹੋ। ਇਹ ਚੰਗੀ ਗੱਲ ਨਹੀਂ ਹੁੰਦੀ। ਜੇ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਪ੍ਰਭੂ ਤੋਂ ਮੰਗੋ, ਅਤੇ ਪ੍ਰਭੂ ਤੁਹਾਨੂੰ ਰਾਹ ਦਿਖਾਵੇਗਾ, ਅਤੇ ਪ੍ਰਭੂ ਤੁਹਾਨੂੰ ਇੱਕ ਚੰਗਾ ਜੀਵਨ ਸਾਥੀ ਦੇਵੇਗਾ। ਅਤੇ ਕਈ ਵਾਰੀ ਕੀ ਹੁੰਦਾ ਹੈ, ਜੇ ਕਿਸੇ ਇਨਸਾਨ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਕਈ ਵਾਰੀ ਉਹਨਾਂ ਦੇ ਮਾਂ ਬਾਪ ਬਹੁਤ ਪ੍ਰੋਬਲਮਾਂ ਦਿੰਦੇ ਹਨ। ਮਾਂ ਬਾਪ ਨੂੰ ਚਾਹੀਦਾ ਹੈ, ਜੇ ਤਾਂ ਤੁਸੀਂ ਮਸੀਹੀ ਹੋ, ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪ੍ਰਭੂ ਦਾ ਧੰਨਵਾਦ ਕਰੋ ਕਿ ਤੁਹਾਡੇ ਬੱਚਿਆਂ ਦੇ ਵਿਆਹ ਹੋਏ ਹਨ, ਅਤੇ ਪ੍ਰਭੂ ਤੋਂ ਪ੍ਰਾਰਥਨਾ ਕਰੋ ਕਿ ਤੁਹਾਡੇ ਬੱਚਿਆਂ ਦੇ ਵਿਆਹ 'ਚ ਸ਼ਾਂਤੀ ਆਵੇ, ਸੰਤੁਸ਼ਟੀ, ਖੁਸ਼ਹਾਲੀ ਆਵੇ। ਅਤੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਮਾਂ ਬਾਪ ਦਾ ਇੱਕ ਅਹੁਦਾ ਬਹੁਤ ਹੀ ਉੱਚਾ ਅਹੁਦਾ ਹੁੰਦਾ ਹੈ, ਪਰ ਇੱਕ ਸਮਾਂ ਆਉਂਦਾ ਹੈ ਜਦੋਂ ਇੱਕ ਇਨਸਾਨ ਆਪਣੇ ਮਾਂ ਬਾਪ ਤੋਂ ਹੇਠਾਂ ਨਿਕਲ ਕੇ ਆਪਣਾ ਘਰ ਵਸਾਉਂਦਾ ਹੈ, ਕਿਉਂਕਿ ਇਹੀ ਦੁਨੀਆ ਦੀ ਇੱਕ ਕਹਿ ਲਓ ਇੱਕ ਰਾਹ ਹੈ, ਦੁਨੀਆ ਦਾ ਇੱਕ ਸੋਚ ਹੈ ਜੋ ਕਿ ਸਾਨੂੰ ਮੰਨਣੀ ਚਾਹੀਦੀ ਹੈ। ਇਸ ਲਈ ਪ੍ਰਭੂ ਕਹਿੰਦਾ ਹੈ ਕਿ ਆਦਮੀ ਆਪਣੇ ਮਾਂ ਬਾਪ ਨੂੰ ਛੱਡੇਗਾ ਅਤੇ ਆਪਣੀ ਵਾਈਫ ਦੇ ਨਾਲ ਉਹ ਰਹੇਗਾ। ਹੁਣ ਇਸ ਦਾ ਮਤਲਬ ਇਹ ਥੋੜ੍ਹੀ ਨਹੀਂ ਹੈ ਕਿ ਜਦੋਂ ਕਿਸੇ ਦਾ ਵਿਆਹ ਹੋ ਗਿਆ ਅਤੇ ਉਹਨੇ ਆਪਣੇ ਮਾਂ ਬਾਪ ਨੂੰ ਬੁਲਾਉਣਾ ਛੱਡ ਦਿੱਤਾ। ਇਹਦਾ ਨਹੀਂ ਮਤਲਬ ਇਹ
ਇਹਦਾ ਮਤਲਬ ਸਿਰਫ ਇਹ ਆ ਕਿ ਹੁਣ ਇੱਕ ਲੜਕਾ ਹੁੰਦਾ ਆ ਜਾਂ ਇੱਕ ਲੜਕੀ ਹੁੰਦੀ ਹੈ, ਜਵਾਨ ਲੋਕ ਹੈ ਨਾ, ਬੋਏ ਐਂਡ ਗਰਲ, ਜਦੋਂ ਉਹ ਆਦਮੀ ਔਰਤ ਬਣ ਗਏ, ਉਹ ਫਿਰ ਆਪਣੀ ਉਹਨਾਂ ਦੀ ਇੱਕ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਅਤੇ ਉਹਨਾਂ ਦੇ ਆਪਣੇ ਕਈ ਵਾਰੀ ਹੁੰਦੇ ਹਨ, ਕਈ ਡਿਸੀਜ਼ਨ ਹੁੰਦੇ ਹਨ ਜੋ ਕਿ ਉਹਨਾਂ ਨੇ ਲੈਣੇ ਹੁੰਦੇ ਹਨ। ਹਾਲਾਂਕਿ ਮਾਂ ਬਾਪ ਦਾ ਵੀ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇੱਕ ਚੰਗੀ ਸ਼ਿਕਸ਼ਾ ਦੇਣ ਤਾਂ ਕਿ ਉਹਨਾਂ ਦੇ ਬੱਚੇ ਚੰਗੇ ਡਿਸੀਜ਼ਨ ਲੈ ਸਕਣ। ਅਤੇ ਇੱਕ ਬੱਚਿਆਂ ਦਾ ਵੀ ਇਹ ਹੁੰਦਾ ਹੈ ਕਿ ਆਪਣੀ ਮਾਂ ਬਾਪ ਦੀ ਵੀ ਪਰਮਿਸ਼ਨ ਲੈਣ, ਉਹਨਾਂ ਦੀ ਗੱਲ ਮੰਨਣ। ਜੇ ਕੋਈ ਮਾਂ ਬਾਪ ਚੰਗੀ ਗੱਲ ਕਰਦਾ ਹੈ ਅਤੇ ਉਹਨਾਂ ਗੱਲਾਂ ਨੂੰ ਸੁਣਨ, ਅਤੇ ਆਪਣੇ ਮਾਂ ਬਾਪ ਦੀ ਗੱਲ ਨੂੰ ਅਣਸੁਣਾ ਨਾ ਕਰੋ। ਅਤੇ ਇਹ ਅਸੀਂ ਅਗਲੇ ਸਰਮਨ ਵਿੱਚ ਦੇਖਾਂਗੇ, ਜੋ ਕਿ ਪੌਲੁਸ ਆਖਦਾ ਹੈ 6ਵੇਂ ਅਧਿਆਇ ਵਿੱਚ। ਉਹ ਅਸੀਂ ਅਗਲੇ ਹਫ਼ਤੇ ਦੇਖਾਂਗੇ। ਪਰ ਅੱਜ ਅਸੀਂ ਗੱਲ ਕਰਦੇ ਹਾਂ ਇੱਕ ਹਸਬੈਂਡ ਦੀ। ਹਸਬੈਂਡ ਇੱਕ ਔਰਤ ਦਾ ਪਤੀ ਹੁੰਦਾ ਹੈ। ਅਤੇ ਜੇ ਇੱਕ ਬੰਦੇ ਦੇ ਕਿੰਨੇ ਵਿਆਹ ਹੋਏ ਹੋਣ, ਉਹ ਵੀ ਚੰਗੀ ਗੱਲ ਨਹੀਂ ਹੈ। ਕਈ ਵਾਰੀ ਅਸੀਂ ਖਬਰਾਂ 'ਚ ਵੀ ਪੜ੍ਹਦੇ ਹਾਂ, ਕੋਈ ਬੰਦਾ ਜਾਂਦਾ ਹੈ ਕਿ ਬਾਹਰਲੇ ਮੁਲਕ ਜਾਂਦਾ ਹੈ, ਉਹਨਾਂ ਦਾ ਵਿਆਹ ਹੋਇਆ ਹੁੰਦਾ ਹੈ ਇੱਥੇ, ਉਹ ਉੱਥੇ ਜਾ ਕੇ, ਇੰਡੀਆ ਜਾ ਕੇ ਜਾਂ ਹੋਰ ਪਾਕਿਸਤਾਨ ਜਾਂ ਹੋਰ ਜਗ੍ਹਾ ਜਾ ਕੇ ਵਿਆਹ ਕਰ ਲੈਂਦੇ ਹਨ। ਉਹਨਾਂ ਦੀ 2-2 3-3 ਵਿਆਹ ਹੋਏ ਹੁੰਦੇ ਹਨ। ਠੀਕ ਨਹੀਂ ਹੈ ਗੱਲ। ਅਤੇ ਕਈ ਵਾਰੀ ਮੈਂ ਇਹ ਵੀ ਦੇਖਦਾ ਹੁੰਦਾ ਹਾਂ ਕਿ ਕਈ ਵਾਰੀ ਨਾ ਬਾਹਰਲੇ ਮੁਲਕ ਕੀ ਹੁੰਦਾ ਹੈ, ਜਦੋਂ ਕਿਸੇ ਬੰਦੇ ਦਾ ਵਿਆਹ ਨਹੀਂ ਹੁੰਦਾ, ਸ਼ਾਇਦ ਉਹਨੂੰ ਡਰੱਗਸ ਦੀ ਪ੍ਰੋਬਲਮ ਹੋਵੇ, ਜਾਂ ਉਹ ਖਾਂਦਾ ਪੀਂਦਾ ਹੋਵੇ, ਜਾਂ ਉਹ ਲੇਜ਼ੀ ਹੋਵੇ, ਜਾਂ ਉਹਨੂੰ ਕੋਈ ਜਿੱਦਾਂ ਕੋਈ ਬਿਮਾਰੀ ਹੋਵੇ, ਉਹ ਕੀ ਹੁੰਦਾ ਹੈ ਕਿ ਮਾਂ ਬਾਪ ਉਹਨੂੰ ਲੈ ਕੇ ਚਲ ਜਾਂਦੇ ਹਨ, ਇੰਡੀਆ ਲੈ ਕੇ ਜਾਂਦੇ ਹਨ। ਅਤੇ ਇੰਡੀਆ ਲਿਜਾ ਕੇ ਉੱਥੇ ਉਹਨਾਂ ਦਾ ਵਿਆਹ ਕਰ ਦਿੰਦੇ ਹਨ। ਅਤੇ ਜਦੋਂ ਕਈ ਵਾਰੀ ਉਹ ਜਿਹੜੀ ਇੱਕ ਕੁੜੀ ਵਿਆਹ ਕੇ ਆਉਂਦੀ ਹੈ ਇੱਧਰ ਇੰਗਲੈਂਡ, ਅਮੈਰੀਕਾ, ਕਿਤੇ ਵੀ, ਅਤੇ ਉਹ ਕਿੰਨਾ ਉਹਨੂੰ ਸਫਰ ਕਰਨਾ ਪੈਂਦਾ ਹੈ। ਮੈਂ ਇਹ ਨਹੀਂ ਕਹਿੰਦਾ ਹਰੇਕ ਵਿਆਹ ਦਾ ਇੱਦਾਂ ਹੁੰਦਾ ਹੈ, ਪਰ ਮੋਸਟਲੀ ਮੈਂ ਦੇਖਦਾ ਹੁੰਦਾ ਉਹ ਕੁੜੀਆਂ ਨੂੰ ਵਿਆਹ ਕੇ ਇੰਡੀਆ ਤੋਂ ਲੈ ਆਉਂਦੇ ਹਨ ਇੱਧਰ, ਅਤੇ ਉਹਨਾਂ ਦਾ ਚੰਗਾ ਉਹਨਾਂ ਨਾਲ ਸਲੂਕ ਨਹੀਂ ਕਰਦੇ। ਅਤੇ ਜਦੋਂ ਕਿਸੇ ਮੁੰਡੇ ਨੂੰ ਕੋਈ ਕਸਰ ਹੋਵੇ, ਜਿੱਦਾਂ ਡਰੱਗਸ ਦੀ, ਜਾਂ ਕੋਈ ਸ਼ਰਾਬ ਪੀਂਦਾ ਹੋਵੇ, ਉਹ ਇੱਥੇ ਵਿਆਹ ਹੁੰਦੇ ਨਹੀਂ, ਉੱਥੇ ਫਿਰ ਲੈ ਜਾਂਦੇ ਆ। ਹੁਣ ਜਿਹੜੇ ਇੰਡੀਆ ਦੇ ਲੋਕ ਆ, ਉਹ ਵੀ ਕਹਿੰਦੇ ਆ ਚਲੋ ਸਾਡੀ ਕੁੜੀ ਬਾਹਰ ਨਿਕਲੂਗੀ, ਬੈਟਰ ਹੋ ਜਾਊਗਾ, ਕੋਈ ਨਹੀਂ, ਜੇ ਮੁੰਡਾ ਖਾਂਦਾ ਪੀਂਦਾ ਵੀ ਆ, ਕੋਈ ਪ੍ਰੋਬਲਮ ਨਹੀਂ। ਕੋਈ ਆਪਣੇ ਬੱਚਿਆਂ ਨਾਲ ਇੱਦਾਂ ਕਿੱਦਾਂ ਕਰ ਸਕਦੇ ਆ? ਪਰ ਇਹ ਅੱਜ ਕੱਲ੍ਹ ਹੁੰਦਾ ਵੀ ਹੈ। ਅਤੇ ਮਾਂ ਬਾਪ ਨੂੰ ਵੀ ਚਾਹੀਦਾ ਹੈ, ਜਿਹੜੇ ਮੋਸਟਲੀ ਇੰਗਲੈਂਡ, USA ਵਗੈਰਾ 'ਚ ਰਹਿੰਦੇ ਹਨ, ਕਿ ਜੇ ਤੁਹਾਡੇ ਬੱਚਿਆਂ 'ਚ ਕੋਈ ਕਮੀ ਹੈ, ਪ੍ਰੋਬਲਮ ਹੈ, ਉਹ ਗਲਤ ਕੰਮਾਂ 'ਚ ਫਸੇ ਹੁੰਦੇ ਹਨ, ਅਤੇ ਤੁਸੀਂ ਕਿਉਂ ਦੂਜੇ ਲੋਕਾਂ ਦੀ ਜ਼ਿੰਦਗੀਆਂ ਨੂੰ ਖਰਾਬ ਕਰਦੇ ਹੋ? ਪਰ ਇਹ ਚੱਲੀ ਜਾਣਾ ਹੈ, ਇਹਦੇ ਉੱਤੇ ਮੈਂ ਕਿਸੇ ਨੂੰ ਫੋਰਸ ਤਾਂ ਕਰ ਨਹੀਂ ਸਕਦਾ। ਮੈਂ ਸਿਰਫ ਇੱਕ ਟਿੱਪਣੀ ਦੇ ਸਕਦਾ ਕਿ ਇਹ ਚੀਜ਼ਾਂ ਹੁੰਦੀਆਂ ਹਨ। ਈਜ਼ੀ ਵਿਆਹ। ਅਤੇ ਕਈ ਵਾਰੀ ਫਿਰ ਉਹ ਕੁੜੀਆਂ ਜਦੋਂ ਇੱਥੇ ਆਉਂਦੀਆਂ ਹਨ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਚੱਕਰ ਹੈ, ਅਤੇ ਉਹਨਾਂ ਨਾਲ ਕਿੰਨਾ ਬੁਰਾ ਹੁੰਦਾ ਹੈ, ਉਹ ਕਿੰਨਾ ਬੁਰਾ ਸੋਚਦੀਆਂ ਹੋਣਗੀਆਂ। ਇਹ ਸਾਨੂੰ ਗੱਲਾਂ ਸੋਚਣ ਦੀ ਲੋੜ ਹੈ, ਜੇ ਅਸੀਂ ਮਸੀਹੀ ਲੋਕ ਹਾਂ। ਹੁਣ ਕਈ ਵਾਰੀ ਮੈਂ ਦੇਖਦਾ ਹੁੰਦਾ, ਕਈ ਵਾਰੀ ਉਹ ਵਿਆਹ ਕੇ ਲੈ ਆਉਂਦੇ ਹਨ ਕੁੜੀਆਂ ਨੂੰ, ਅਤੇ ਉਹਦੇ ਬਾਅਦ 'ਚੋਂ ਉਹਨਾਂ ਦੇ ਰਿਸ਼ਤੇ ਟੁੱਟ ਜਾਂਦੇ ਹਨ। ਫਿਰ ਉਹ ਕਹਿ ਦਿੰਦੇ ਹਨ ਕਿ ਕੁੜੀਆਂ ਜਿਹੜੀਆਂ ਗਲਤ ਹਨ, ਸਾਡਾ ਕੋਈ ਦੋਸ਼ ਨਹੀਂ ਹੈ, ਜਾਂ ਇੱਦਾਂ ਹੁੰਦਾ ਹੈ। ਕਈ ਇੱਦਾਂ ਵੀ ਹੁੰਦਾ ਹੈ ਕਿ ਇੱਥੋਂ ਲੋਕ ਇੰਡੀਆ ਜਾ ਕੇ ਬੰਦਿਆਂ ਨਾਲ ਵੀ ਵਿਆਹ ਕਰਾਉਂਦੇ ਹਨ। ਪ੍ਰੋਬਲਮ ਇਹ ਕਿਉਂਕਿ ਲੋਕੀ ਵਿਆਹ ਨੂੰ ਸਮਝਦੇ ਨਹੀਂ ਹਨ ਵੀ ਵਿਆਹ ਕੀ ਹੈ। ਪਰ ਇੱਕ ਜਿਹੜਾ ਚੰਗਾ ਹਸਬੈਂਡ ਹੁੰਦਾ ਹੈ, ਉਹ ਆਪਣੀ ਵਾਈਫ ਦੀ ਸੁਰੱਖਿਆ ਕਰਦਾ ਹੈ, ਉਸ ਦੇ ਲਈ ਜਾਨ ਦੇਣ ਲਈ ਵੀ ਤਿਆਰ ਹੁੰਦਾ ਹੈ। ਕਿਉਂਕਿ ਮਸੀਹ ਨੇ ਆਪਣੇ ਆਪ ਨੂੰ ਚਰਚ ਲਈ ਨਿਛਾਵਰ ਕਰ ਦਿੱਤਾ। ਅਤੇ ਜਿਵੇਂ ਮਸੀਹ ਕਲੀਸਿਆ ਦਾ ਸਿਰ ਹੈ, ਉਵੇਂ ਹੀ ਇੱਕ ਹਸਬੈਂਡ ਆਪਣੀ ਵਾਈਫ ਦਾ ਸਿਰ ਹੈ, ਹੈਡ ਹੈ। ਅਤੇ ਜਿੱਧਰ ਸਿਰ ਮੁੜਦਾ ਹੈ, ਉੱਧਰ ਹੀ ਸਰੀਰ ਜਾਂਦਾ ਹੈ। ਅਤੇ ਇੱਕ ਔਰਤ ਨੂੰ ਵੀ ਚਾਹੀਦਾ ਹੈ ਕਿ ਆਪਣੀ ਹਸਬੈਂਡ ਦੀ ਗੱਲ ਨੂੰ ਮੰਨੇ, ਉਹਦੀ ਹਾਂ 'ਚ ਹਾਂ ਮਿਲਾਵੇ। ਜੇ ਹਸਬੈਂਡ ਚੰਗੀ ਗੱਲ ਕਰਦਾ ਹੈ, ਉਹਦੀ ਗੱਲ ਨੂੰ ਮੰਨੇ। ਜੇ ਹਸਬੈਂਡ ਪਾਪ ਕਰਨ ਨੂੰ ਕਹਿੰਦਾ ਹੈ, ਤਾਂ ਉਹ ਗੱਲ ਨਾ ਮੰਨੋ। ਅਤੇ ਹਸਬੈਂਡ ਨੂੰ ਚਾਹੀਦਾ ਹੈ ਕਿ ਆਪਣੀ ਵਾਈਫ ਦੀ ਉਹ ਹੈਲਪ ਕਰੇ। ਅਤੇ ਦੂਜੀ ਗੱਲ ਦੇਖਦੇ ਹਾਂ ਕਿ ਜਿਵੇਂ ਪ੍ਰਭੂ ਯਿਸੂ ਮਸੀਹ ਆਪਣੇ ਚਰਚ ਨੂੰ ਸਾਫ਼ ਕਰਦਾ ਹੈ ਵਚਨ ਦੇ ਦੁਆਰਾ, ਉਵੇਂ ਹੀ ਇੱਕ ਹਸਬੈਂਡ ਨੂੰ ਵੀ ਚਾਹੀਦਾ ਕਿ ਆਪਣੀ ਵਾਈਫ ਨੂੰ ਚੰਗੀ ਲੀਡਰਸ਼ਿਪ ਦੇਵੇ, ਆਪਣੀ ਵਾਈਫ ਨੂੰ ਚੰਗਾ ਵਚਨ ਸਿਖਾਵੇ ਪ੍ਰਭੂ ਦਾ।
ਤੇ ਬਾਈਬਲ ਖੋਲ੍ਹੇ ਘਰ ਵਿੱਚ। ਹਰੇਕ ਹਸਬੈਂਡ, ਮਸੀਹੀ ਹਸਬੈਂਡ ਨੂੰ ਚਾਹੀਦਾ ਹੈ ਕਿ ਆਪਣੇ ਘਰ ਵਿੱਚ ਬਾਈਬਲ ਖੋਲ੍ਹੇ ਅਤੇ ਪ੍ਰਾਰਥਨਾ ਕਰੇ ਆਪਣੀ ਫੈਮਿਲੀ ਨਾਲ, ਬਾਈਬਲ ਪੜ੍ਹੇ, ਤਾਂ ਕਿ ਪ੍ਰਭੂ ਦੇ ਵਿੱਚ ਉਸ ਦੀ ਫੈਮਿਲੀ ਹੋਰ ਤੋਂ ਹੋਰ ਅੱਗੇ ਵੱਧ ਸਕੇ। ਅਤੇ ਅਸੀਂ ਦੇਖਦੇ ਹਾਂ ਕਿ ਕਈ ਹਸਬੈਂਡ ਇਹ ਵੀ ਕਰਦੇ ਆ ਕਿ ਉਹਨਾਂ ਦੀ ਵਾਈਫ ਬਹੁਤ ਵਧੀਆ ਦਿਖੇ, ਮੇਕਅਪ ਲਾਵੇ, ਵਧੀਆ ਕੱਪੜੇ ਪਾਵੇ। ਇਹ ਬੁਰੀ ਗੱਲ ਨਹੀਂ ਹੈ, ਪਰ ਇੱਕ ਹਸਬੈਂਡ ਜੇ ਸਿਰਫ ਇੱਕ ਸਰੀਰਕ ਇੱਕ ਨਜ਼ਰੀਏ ਨੂੰ ਦੇਖੇ ਅਤੇ ਸਰੀਰਕ ਜੋ ਇੱਕ ਦਿਖਾਵਾ ਹੁੰਦਾ ਹੈ ਉਹਦੇ ਉੱਤੇ ਹੀ ਸਾਰਾ ਪੈਸਾ, ਐਨਰਜੀ, ਸਾਰਾ ਕੁਛ ਉੱਤੇ ਹੀ ਲਾਇਆ ਜਾਵੇ, ਉਹ ਵੀ ਚੰਗੀ ਗੱਲ ਨਹੀਂ ਹੁੰਦੀ। ਕਿਉਂਕਿ ਸਾਨੂੰ ਬਾਈਬਲ ਦੱਸਦੀ ਹੈ ਕਿ ਜਿਹੜੀ ਸੱਚੀ ਸੁੰਦਰਤਾ ਹੈ ਉਹ ਮਨ ਦੀ ਸੁੰਦਰਤਾ ਹੁੰਦੀ ਹੈ। ਪਹਿਲਾ ਪਤਰਸ ਉਹਦਾ 3 ਅਧਿਆਇ ਉਹਦੀ 4 ਆਇਤ ਵਿੱਚ ਇਹੀ ਅਸੀਂ ਪੜ੍ਹਦੇ ਹਾਂ ਕਿ ਜੋ ਔਰਤਾਂ ਹੁੰਦੀਆਂ ਹਨ, ਇਹ ਚੰਗੀ ਗੱਲ ਹੈ ਕਿ ਆਪਣੇ ਆਪ ਨੂੰ ਸੋਹਣਾ ਦਿਖਾਓ, ਆਪਣੇ ਆਪ ਨੂੰ ਸਾਫ਼ ਰੱਖੋ, ਚੰਗਾ ਰੱਖੋ, ਪ੍ਰੈਜ਼ੈਂਟੇਬਲ ਰੱਖੋ। ਕੰਮ 'ਤੇ ਜਾਂਦੇ ਹਾਂ ਚੰਗੇ ਕੱਪੜੇ ਪਾ ਕੇ ਜਾਓ ਕੰਮ 'ਤੇ, ਆਪਣੇ ਵਾਲਾਂ ਨੂੰ ਚੰਗਾ ਰੱਖੋ, ਅੱਛੀ ਗੱਲ ਆ। ਹਸਬੈਂਡਾਂ ਨਾਲ ਵੀ ਹਸਬੈਂਡ ਜਿਹੜੇ ਹੁੰਦੇ ਹਨ, ਪਤੀ ਜਿਹੜੇ ਹੁੰਦੇ ਹਨ, ਉਹਨਾਂ ਨੂੰ ਵੀ ਇਹੀ ਚਾਹੀਦਾ ਹੈ ਕਿ ਉਹ ਵੀ ਆਪਣੇ ਆਪ ਨੂੰ ਸਾਫ਼ ਰੱਖਣ, ਆਪਣੇ ਬਾਲ ਬਹੁਤ ਚੰਗੀ ਤਰ੍ਹਾਂ, ਆਪਣੇ ਆਪ ਨੂੰ ਇੱਕ ਚੰਗੀ ਤਰ੍ਹਾਂ ਪ੍ਰੈਜ਼ੈਂਟ ਕਰਨ। ਕੰਮ 'ਤੇ ਜਾਓ, ਆਪਣਾ ਰੋਜੀ ਰੋਟੀ ਕਮਾਓ, ਬੈਠੋ ਉੱਠੋ, ਇਹ ਚੰਗੀ ਗੱਲ ਹੁੰਦੀ ਹੈ, ਪਰ ਆਪਣੇ ਮਨਾਂ ਨੂੰ ਵੀ ਸਾਫ਼ ਰੱਖੋ। ਪ੍ਰਭੂ ਦੇ ਵਚਨ ਦੇ ਦੁਆਰਾ ਆਪਣੇ ਆਪ ਨੂੰ ਸਾਫ਼ ਰੱਖੋ। ਪ੍ਰਭੂ ਯਿਸੂ ਮਸੀਹ ਨੇ ਇੱਕ ਵਚਨ ਦੇ ਪਾਣੀ ਨਾਲ ਸਾਨੂੰ ਧੋ ਦਿੱਤਾ, ਸਾਨੂੰ ਸਾਫ਼ ਕਰ ਦਿੱਤਾ। ਉਵੇਂ ਹੀ ਪਤੀ ਵੀ ਆਪਣੀ ਪਤਨੀ ਨੂੰ ਸਾਫ਼ ਕਰੇ ਵਚਨ ਦੇ ਪਾਣੀ ਦੇ ਦੁਆਰਾ, ਆਪਣੇ ਆਪ ਨੂੰ ਵੀ, ਆਪਣੇ ਘਰਦਿਆਂ ਨੂੰ ਵੀ, ਆਪਣੇ ਬੱਚਿਆਂ ਨੂੰ ਵੀ। ਇੱਦਾਂ ਫਿਰ ਸਾਡਾ ਜਿਹੜਾ ਮਨ ਹੁੰਦਾ ਹੈ ਉਹ ਵੀ ਸਾਫ਼ ਦਿਖਦਾ ਹੈ, ਸੋਹਣਾ ਦਿਖਦਾ ਹੈ, ਅਤੇ ਜੋ ਕੁਛ ਸਾਡੇ ਮਨ 'ਚ ਹੁੰਦਾ ਹੈ ਉਹੀ ਸਾਡੀ ਜ਼ੁਬਾਨ 'ਤੇ ਹੁੰਦਾ ਹੈ, ਉਹੀ ਸਾਡੇ ਦਿਮਾਗ 'ਚ ਹੁੰਦਾ ਹੈ। ਇਸ ਕਰਕੇ ਅਸੀਂ ਪ੍ਰਭੂ ਦੇ ਨਾਲ ਚੱਲਣਾ ਬੰਦ ਨਾ ਕਰੀਏ। ਜੇ ਅਸੀਂ ਸਰੀਰਕ ਜ਼ਰੂਰਤਾਂ ਉੱਤੇ ਧਿਆਨ ਦਿੰਦੇ ਹਾਂ ਅਤੇ ਸਾਨੂੰ ਆਤਮਿਕ ਜ਼ਰੂਰਤਾਂ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਜ਼ਿਆਦਾ। ਅਤੇ ਉਵੇਂ ਹੀ ਪ੍ਰਭੂ ਯਿਸੂ ਮਸੀਹ ਵੀ ਕਹਿੰਦਾ ਹੈ ਕਿ ਜਿਹੜੇ ਇੱਕ ਸਰੀਰ ਦੇ ਐਕਸਰਸਾਈਜ਼ ਹੁੰਦੀ ਹੈ, ਹੁਣ ਐਕਸਰਸਾਈਜ਼ ਕਰਨੀ ਚੰਗੀ ਗੱਲ ਹੈ, ਪਰ ਆਪਣੀ ਆਤਮਾ ਦੀ ਵੀ ਐਕਸਰਸਾਈਜ਼ ਕਰੋ। ਸਰੀਰਕ ਇੱਕ ਵਿਆਮ ਜਿਹੜਾ ਹੁੰਦਾ ਹੈ ਉਹ ਚੰਗੀ ਗੱਲ ਹੁੰਦਾ ਹੈ, ਪਰ ਉਹਦੇ 'ਚੋਂ ਜ਼ਿਆਦਾ ਪ੍ਰੋਫਿਟ ਨਹੀਂ ਹੁੰਦਾ। ਸਾਨੂੰ ਜ਼ਿਆਦਾ ਪ੍ਰੋਫਿਟ ਸਾਨੂੰ ਉਦੋਂ ਹੁੰਦਾ ਹੈ ਜਦੋਂ ਅਸੀਂ ਆਤਮਾ ਦੇ ਵਿੱਚ ਚੱਲਦੇ ਹਾਂ, ਆਤਮਾ ਦੇ ਨਾਲ ਭਰੇ ਹੋਏ। ਅਤੇ ਇਸੇ ਪਲੂਸ ਕਹਿੰਦਾ ਹੈ ਕਿ ਜਿਹੜਾ ਇੱਕ ਆਤਮਾ ਨਾਲ ਭਰਿਆ ਹੁੰਦਾ ਹੈ ਉਹ ਹਲੀਮ ਹੁੰਦਾ ਹੈ, ਉਹ ਪ੍ਰਭੂ ਦੀ ਗੱਲ ਨੂੰ ਮੰਨਦਾ ਹੈ ਅਤੇ ਪ੍ਰਭੂ ਦੇ ਵਚਨਾਂ ਉੱਤੇ ਚੱਲਦਾ ਹੈ। ਅਤੇ ਜਿਹੜਾ ਹਸਬੈਂਡ ਪ੍ਰਭੂ ਦੇ ਪਿੱਛੇ ਨਹੀਂ ਚੱਲਦਾ, ਇੱਕ ਲੀਡਰਸ਼ਿਪ ਨਹੀਂ ਲੈਂਦਾ, ਆਪਣੇ ਵਾਈਫ ਨੂੰ ਨਹੀਂ ਸਿਖਾਉਂਦਾ, ਆਪਣੇ ਬੱਚਿਆਂ ਨੂੰ ਪ੍ਰਭੂ ਦੇ ਬਾਰੇ ਨਹੀਂ ਸਿਖਾਉਂਦਾ, ਕਲੀਸਿਆ 'ਚ ਜਾਂਦਾ ਨਹੀਂ, ਵਚਨ ਨਹੀਂ ਸੁਣਦਾ, ਅਤੇ ਉਹ ਹਸਬੈਂਡ ਕਿਤੇ ਨਾ ਕਿਤੇ ਆਪਣੀ ਡਿਊਟੀ 'ਚ ਉਹ ਫੇਲ ਹੁੰਦਾ ਹੈ। ਕਿਉਂਕਿ ਹਸਬੈਂਡ ਦਾ ਕੰਮ ਹੁੰਦਾ ਹੈ ਕਿ ਆਪਣੀ ਫੈਮਿਲੀ ਨੂੰ ਪ੍ਰਭੂ ਦਾ ਵਚਨ ਸਿਖਾਵੇ, ਪ੍ਰਭੂ ਦੀਆਂ ਗੱਲਾਂ ਦੱਸੇ ਅਤੇ ਪ੍ਰਭੂ ਦੇ ਨਾਲ ਆਪਣੀ ਫੈਮਿਲੀ ਨੂੰ ਜੋੜੇ। ਅਤੇ ਇਹ ਤਾਂ ਹੋ ਗਈ ਦੂਜੀ ਗੱਲ। ਤੀਜੀ ਗੱਲ ਇਹ ਹੈ ਕਿ ਇੱਕ ਹਸਬੈਂਡ ਜੋ ਹੁੰਦਾ ਹੈ ਉਹ ਆਪਣੀ ਵਾਈਫ ਲਈ ਅਤੇ ਆਪਣੇ ਬੱਚਿਆਂ ਲਈ ਕੰਮ ਕਰੇ। ਅਸੀਂ ਦੇਖਦੇ ਹਾਂ ਆਲੇ ਦੁਆਲੇ ਕਿੰਨੇ ਲੋਕ ਲੇਜ਼ੀ ਹਨ, ਸਪੈਸ਼ਲੀ ਬੰਦੇ ਕੰਮ ਕਰਨਾ ਪਸੰਦ ਨਹੀਂ ਕਰਦੇ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਭੂ ਨੇ ਉਹਨਾਂ ਨੂੰ ਦੇ ਦੇਣਾ ਹੈ ਅਤੇ ਆਪ ਅਸੀਂ ਕੰਮ ਨਾ ਕਰੀਏ। ਇਹ ਵੀ ਚੰਗੀ ਗੱਲ ਨਹੀਂ ਹੈ। ਆਪਣੇ ਹੱਥਾਂ ਨਾਲ ਕੰਮ ਕਰੋ। ਪਹਿਲਾ ਤਿਮੋਥੀਅਸ 5 ਅਧਿਆਇ ਉਹਦੀ 8 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਜੇ ਕੋਈ ਆਪਣੇ ਘਰਦਿਆਂ ਲਈ ਕੰਮ ਨਹੀਂ ਕਰਦਾ ਅਤੇ ਆਪਣੇ ਘਰਦਿਆਂ ਲੋਕਾਂ ਨੂੰ ਖਾਣਾ ਨਹੀਂ ਦਿੰਦਾ, ਉਹ ਆਪਣੇ ਵਿਸ਼ਵਾਸ ਤੋਂ ਦੂਰ ਹੋ ਗਿਆ ਹੈ। ਪ੍ਰਭੂ ਯਿਸੂ ਮਸੀਹ ਜਦੋਂ ਇਸ ਸੰਸਾਰ 'ਚ ਆਇਆ ਉਸਨੇ ਕੰਮ ਕੀਤਾ ਪਿਤਾ ਦਾ, ਜੋ ਪਿਤਾ ਨੇ ਉਸਨੂੰ ਕੰਮ ਸੌਂਪਿਆ ਸੀ ਉਹਨੇ ਉਹ ਕੀਤਾ। ਈਵਨ ਕਿ ਪੌਲੁਸ ਆਪਣੇ ਹੱਥਾਂ ਨਾਲ ਕੰਮ ਕਰਦਾ ਸੀ, ਟੈਂਟ ਬਣਾਉਂਦਾ ਸੀਗਾ, ਤਾਂ ਕਿ ਉਹ ਦੂਜਿਆਂ ਚਰਚਾਂ ਤੋਂ ਮੰਗੇ ਨਾ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਚਰਚਾਂ ਦੇ ਵਿੱਚ ਮਿਨਿਸਟਰੀ, ਜਿਹੜੇ ਕੋਈ ਪਾਸਟਰ ਜਾਂ ਐਲਡਰ ਹੁੰਦੇ ਹਨ ਜਾਂ ਕੁਛ ਵੀ ਹੁੰਦੇ ਹਨ, ਉਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਪਾਰਟ ਟਾਈਮ ਕੰਮ ਕਰਾਂ, ਚਰਚ ਦੀ ਸੇਵਾ ਕਰਦੇ ਕਰਦੇ ਜੇ ਮੈਂ ਕੰਮ ਵੀ ਕਰਦਾ ਹਾਂ ਉਹ ਚੰਗੀ ਗੱਲ ਨਹੀਂ ਹੈ। ਪਰ ਪੌਲੁਸ ਆਪਣੇ ਹੱਥਾਂ ਨਾਲ ਟੈਂਟ ਬਣਾਉਂਦਾ ਸੀ। ਪ੍ਰਭੂ ਯਿਸੂ ਮਸੀਹ ਨੇ ਵੀ ਇਸ ਸੰਸਾਰ 'ਚ ਆ ਕੇ ਕੰਮ ਕੀਤਾ। ਪ੍ਰਭੂ ਯਿਸੂ ਮਸੀਹ ਨੇ ਵੀ ਕੰਮ ਕੀਤਾ। ਅਤੇ
ਜੇ ਤੁਹਾਡੇ ਕੋਲ ਕੋਈ ਇਨਕਮ ਦਾ ਸੋਰਸ ਨਹੀਂ ਹੈ ਤੇ ਤੁਹਾਨੂੰ ਕੰਮ ਕਰਨ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਜੇ ਅਸੀਂ ਹੁਣ ਪਾਸਟਰ ਦੀ ਗੱਲ ਕਰੀਏ, ਮੋਸਟਲੀ ਮੈਂ ਦੇਖਦਾ ਹੁੰਦਾ ਕਈ ਵਾਰੀ ਇੱਥੇ ਇੰਗਲੈਂਡ 'ਚ ਵੀ ਜਾਂ ਕਿਤੇ ਹੋਰ ਥਾਵਾਂ 'ਚ ਮੈਂ ਕਿੰਨੇ ਪਾਸਟਰਾਂ ਨੂੰ ਦੇਖਦਾ ਹਾਂ ਜੋ ਫੁੱਲ ਟਾਈਮ ਕੰਮ ਕਰਦੇ ਹਨ। ਉਹ ਚਰਚ ਦੀ ਸੇਵਕਾਈ ਵੀ ਕਰਦੇ ਹਨ, ਪਰ ਕਿਉਂਕਿ ਉਹਨਾਂ ਦੇ ਚਰਚ ਛੋਟੇ ਹਨ, ਉਹਨਾਂ ਨੂੰ ਉਹ ਸਪੋਰਟ ਨਹੀਂ ਕਰ ਸਕਦੇ, ਇਸ ਕਰਕੇ ਉਹ ਕੰਮ ਕਰਦੇ ਹਨ। ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਅਤੇ ਕਈ ਹਸਬੈਂਡ ਘਰ ਬੈਠੇ ਨੇ, ਵਾਈਫ ਕੰਮ 'ਤੇ ਜਾਂਦੀ ਹੈ, ਇਹ ਵੀ ਚੰਗੀ ਗੱਲ ਨਹੀਂ ਹੈ। ਠੀਕ ਹੈ, ਅੱਜ ਕੱਲ੍ਹ ਦੇ ਜ਼ਮਾਨੇ 'ਚ ਔਰਤਾਂ ਵੀ ਕੰਮ ਕਰਦੀਆਂ ਹਨ ਕਿਉਂਕਿ ਖਰਚੇ ਜ਼ਿਆਦਾ ਹਨ, ਮੰਨਦੇ ਹਾਂ ਇਸ ਠੀਕ ਗੱਲ ਹੈ, ਪਰ ਹਸਬੈਂਡ ਨੂੰ ਵੀ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਸ ਦੀ ਰਿਸਪੈਕਟ ਆਪਣੀ ਵਾਈਫ ਦੀ ਨਜ਼ਰਾਂ 'ਚ ਬਣੀ ਰਹੇ ਅਤੇ ਦੂਜੇ ਲੋਕਾਂ ਦੀ ਨਜ਼ਰਾਂ 'ਚ ਬਣੀ ਰਹੇ। ਕੰਮ ਕਰੋ, ਜੋ ਕੁਛ ਵੀ ਤੁਹਾਨੂੰ ਕੰਮ ਮਿਲਦਾ ਹੈ ਕਰੋ, ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ। ਕਈ ਵਾਰੀ ਕੀ ਹੁੰਦਾ ਹੈ, ਲੋਕ ਸੋਚਦੇ ਹਨ ਕਿ ਜੇ ਮੈਨੂੰ ਆਹ ਕੰਮ ਨਹੀਂ ਮਿਲਦਾ ਮੈਂ ਕੰਮ ਹੀ ਨਹੀਂ ਕਰਨਾ, ਪਰ ਇਹ ਚੰਗੀ ਗੱਲ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਚਾਹੀਦਾ ਹੈ ਹਸਬੈਂਡਾਂ ਨੂੰ ਕਿ ਆਪਣੀ ਵਾਈਫ ਦੇ ਨਾਲ ਮਿਲ ਕੇ ਆਪਣੀ ਚੰਗੀ ਫੈਮਿਲੀ ਚਲਾਓ, ਆਪਣੇ ਬੱਚਿਆਂ ਦਾ ਦੇਖਭਾਲ ਰੱਖੋ। ਅਤੇ ਅੱਜ ਕੱਲ੍ਹ ਜੋ ਮਿਨਿਸਟਰੀ 'ਚ ਕਈ ਲੋਕ ਹਨ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਅਤੇ ਤੁਹਾਡੀ ਘਰ ਗ੍ਰਸਤੀ ਨਹੀਂ ਚੱਲ ਰਹੀ, ਅਤੇ ਤੁਸੀਂ ਵੀ ਕੰਮ ਲੱਗੋ। ਜ਼ਰੂਰੀ ਨਹੀਂ ਹੈ ਕਿ ਤੁਸੀਂ 7 ਦਿਨ ਚਰਚ ਦਾ ਕੰਮ ਕਰਨਾ ਹੈ, ਤੁਸੀਂ 2-3 ਦਿਨ ਪਾਰਟ ਟਾਈਮ ਜੋਬ ਵੀ ਕਰ ਸਕਦੇ ਹੋ। ਅਤੇ ਮੈਂ ਕਈ ਵਾਰੀ ਦੇਖਦਾ ਹੁੰਦਾ ਹਾਂ ਕਿ ਲੋਕ ਕੰਮ ਕਰਨਾ ਪਸੰਦ ਨਹੀਂ ਕਰਦੇ। ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਚਾਹੀਦਾ ਹੈ ਕਿ ਬਾਹਰੋਂ ਪੈਸਾ ਆ ਜਾਵੇ ਜਾਂ ਕੋਈ ਮੈਨੂੰ ਪੈਸਾ ਦੇ ਦੇਵੇ ਅਤੇ ਮੈਂ ਇੱਦਾਂ ਮਿਨਿਸਟਰੀ ਕਰਨੀ ਹੈ, ਜਾਂ ਮੈਨੂੰ ਮੇਰਾ ਕੋਈ ਖਰਚਾ ਚੱਕੇ, ਮੇਰੇ ਮਾਂ ਬਾਪ ਮੇਰਾ ਖਰਚਾ ਚੱਕਣ, ਜਾਂ ਪਰ ਮੈਂ ਕੰਮ ਨਹੀਂ ਕਰ ਸਕਦਾ। ਕੰਮ ਕਰੋ, ਮਿਨਿਸਟਰੀ ਵੀ ਕਰੋ, ਆਪਣੇ ਘਰਦਿਆਂ ਨੂੰ ਚੰਗੀ ਸਿਕਸ਼ਾ ਦੇਵੋ ਵਚਨ ਦੇ ਦੁਆਰਾ, ਬਾਈਬਲ ਖੋਲ੍ਹੋ, ਪ੍ਰਾਰਥਨਾ ਕਰੋ, ਇੱਕ ਦੂਜੇ ਨੂੰ ਤਸੱਲੀ ਦਿੰਦੇ ਰਹੋ। ਅਤੇ ਇੱਕ ਹਸਬੈਂਡ ਵਾਈਫ ਦੀ ਜੋ ਰਿਲੇਸ਼ਨਸ਼ਿਪ ਹੁੰਦੀ ਹੈ, ਉਹ ਜਿੱਦਾਂ ਮੈਂ ਕਿਹਾ, ਉਹ ਬਹੁਤ ਚੰਗੀ ਰਿਲੇਸ਼ਨਸ਼ਿਪ ਹੁੰਦੀ ਹੈ, ਸਭ ਤੋਂ ਉੱਤਮ। ਅਤੇ ਹਸਬੈਂਡ ਅਤੇ ਵਾਈਫ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਨਾਲ ਸਮਝੌਤਾ ਕਰਨ, ਸ਼ਾਂਤੀ ਨਾਲ ਰਹਿਣ, ਲੜਾਈ ਝਗੜਾ ਨਾ ਕਰਨ, ਅਤੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਰਿਸਪੈਕਟ ਦੇਣ, ਪ੍ਰੇਮ ਕਰਨ। ਅਤੇ ਅਸੀਂ ਪੜ੍ਹਦੇ ਹਾਂ ਫਿਰ ਪਹਿਲੇ ਪਤਰਸ ਵਿੱਚ ਉਹਦਾ 3 ਅਧਿਆਏ ਉਹਦੀ 7 ਆਇਤ ਵਿੱਚ, ਉਹਦੇ ਵਿੱਚ ਕਹਿੰਦਾ ਹੈ ਕਿ ਹੇ ਪਤਿਓ, ਤੁਸੀਂ ਆਪਣੀ ਪਤਨੀਆਂ ਦੇ ਨਾਲ ਇੱਕ ਚੰਗੀ ਸਮਝ ਨਾਲ ਰਹੋ, ਆਪਣੀ ਪਤਨੀ ਦੇ ਨਾਲ ਚੰਗਾ ਪੇਸ਼ ਆਵੋ। ਉਹ ਤੁਹਾਡੀ ਪਤਨੀ ਹੈ, ਉਹ ਤੁਹਾਡਾ ਜਿੱਦਾਂ ਅੱਜ ਕੱਲ੍ਹ ਕਹਿੰਦੇ ਬੈਟਰ ਹਾਫ ਹੈ, ਉਹਦੇ ਨਾਲ ਚੰਗਾ ਪੇਸ਼ ਆਵੋ, ਉਸ ਨੂੰ ਬੁਰਾ ਨਾ ਕਹੋ, ਉਸ ਦੀ ਸਹਾਇਤਾ ਕਰੋ ਅਤੇ ਉਸ ਦੇ ਨਾਲ ਇੱਕ ਚੰਗਾ ਜੀਵਨ ਬਿਤਾਓ, ਇੱਕ ਦੂਜੇ ਦੀ ਕੰਪਨੀ ਇੰਜੋਏ ਕਰੋ। ਆਪਣੀ ਵਾਈਫ ਨੂੰ ਕਦੇ ਵੀ ਮਾਰੋ ਨਾ। ਇਹ ਕਈ ਵਾਰੀ ਹੁੰਦਾ ਹੈ, ਕਈ ਕਲਚਰਾਂ ਦੇ ਵਿੱਚ ਦੇਖਦੇ ਵੀ ਹਾਂ, ਕਈ ਹਸਬੈਂਡ ਆਪਣੀ ਵਾਈਫ ਦੇ ਉੱਤੇ ਹੱਥ ਚੁੱਕਦੇ ਹਨ। ਇਹ ਬਹੁਤ ਹੀ ਮਾੜੀ ਗੱਲ ਹੈ, ਇਹ ਚੰਗੀ ਗੱਲ ਨਹੀਂ ਹੈ, ਅਤੇ ਪ੍ਰਭੂ ਇਸ ਗੱਲ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ। ਜੇ ਤੁਸੀਂ ਮਸੀਹ ਦੇ ਵਿੱਚ ਹੋ, ਤੁਸੀਂ ਆਪਣੀ ਵਾਈਫ ਦੀ ਰਿਸਪੈਕਟ ਕਦਰ ਕਰੋ, ਕਿਉਂਕਿ ਉਹ ਪ੍ਰਭੂ ਦੀਆਂ ਧੀਆਂ ਹਨ। ਜਿਵੇਂ ਕਿ ਤੁਸੀਂ ਪ੍ਰਭੂ ਦੇ ਬੇਟੇ ਹੋ, ਉਵੇਂ ਹੀ ਉਹ ਪ੍ਰਭੂ ਦੀਆਂ ਬੇਟੀਆਂ ਹਨ। ਅਤੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਕਈ ਵਾਰੀ ਤੁਸੀਂ ਆਪਣਾ ਵਿਆਹ ਟਾਲਦੇ ਰਹਿੰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਬਹੁਤ ਵੱਡੀ ਵੈਡਿੰਗ ਪਾਰਟੀ ਕਰਾਂ, ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਮੰਗਣੀ ਕਰ ਲਈ, ਵਿਆਹ ਜਲਦੀ ਕਰ ਲਓ, ਚਾਹੇ ਉਹ ਵਿਆਹ 'ਤੇ ਤੁਸੀਂ ਘੱਟ ਖਰਚਾ ਲਾਓ, ਚਰਚ ਵਿੱਚ ਵਿਆਹ ਕਰ ਲਓ, ਚਰਚ ਵਿੱਚ ਹੀ ਖਾਣਾ ਕਰ ਲਓ। ਜ਼ਰੂਰੀ ਨਹੀਂ ਹੈ ਕਿ ਤੁਸੀਂ ਹਾਲ ਬੁੱਕ ਕਰਨਾ ਹੈ ਅਤੇ ਆਪਣੇ ਆਪ ਨੂੰ ਗ੍ਰੈਂਡ ਦਿਖਾਉਣਾ ਹੈ ਤਾਂ ਕਿ ਲੋਕ ਕਹਿ ਸਕਣ ਇਹਦਾ ਬਹੁਤ ਵਧੀਆ ਵਿਆਹ ਹੋਇਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇੱਕ ਚੰਗੀ ਪਲੈਨਿੰਗ ਕਰਨੀ ਜ਼ਰੂਰੀ ਨਹੀਂ ਹੈ, ਪਰ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਕੀ ਤੁਸੀਂ ਕਦੀ ਵਿਆਹ ਨਹੀਂ ਕਰਾਓਗੇ, ਜਾਂ ਕੀ ਤੁਸੀਂ ਕਦੀ ਇੱਕ ਚੰਗੀ ਫੈਮਿਲੀ ਸਥਾਪਿਤ ਨਹੀਂ ਕਰੋਗੇ। ਲੋਕ ਮੋਸਟਲੀ ਆਪਣੇ ਜਿਹੜੀ ਇੱਕ ਵੈਡਿੰਗ ਪਾਰਟੀ ਹੁੰਦੀ ਹੈ ਉਹਦੇ 'ਤੇ ਧਿਆਨ ਦਿੰਦੇ ਹਨ,
ਸਾਨੂੰ ਧਿਆਨ ਦੇਣਾ ਚਾਹੀਦਾ ਹੈ ਮੈਰਿਜ 'ਤੇ, ਨਾ ਕਿ ਵੈਡਿੰਗ ਡੇ 'ਤੇ। ਵੈਡਿੰਗ ਡੇ ਜ਼ਰੂਰੀ ਹੁੰਦਾ ਹੈ, ਚੰਗੇ ਡਰੈਸ ਲਓ, ਠੀਕ ਹੈ, ਚੰਗੀ ਪਾਰਟੀ ਕਰੋ ਜੇ ਕਰ ਸਕਦੇ ਹੋ, ਪਰ ਆਪਣੀ ਮੈਰਿਜ ਉੱਤੇ ਧਿਆਨ ਦੇਵੋ। ਮੈਰਿਜ ਜ਼ਿਆਦਾ ਇੰਪੋਰਟੈਂਟ ਹੈ। ਅਤੇ ਇੱਕ ਹਸਬੈਂਡ ਨੂੰ ਵੀ ਚਾਹੀਦਾ ਹੈ, ਜੇ ਉਹ ਆਪਣੀ ਵਾਈਫ ਦੀ ਕਦਰ ਨਹੀਂ ਕਰਦਾ ਤਾਂ ਉਸਦੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਦਿੱਤਾ ਜਾਵੇਗਾ। ਅਸੀਂ ਫਿਰ ਪੜ੍ਹਦੇ ਹਾਂ ਪਹਿਲਾ ਪਤਰਸ ਉਹਦਾ 3 ਅਧਿਆਇ ਉਹਦੀ 7 ਆਇਤ। ਉਹ ਕਹਿੰਦਾ ਹੈ ਕਿ ਆਪਣੀ ਪਤਨੀ ਦੇ ਨਾਲ ਅੰਡਰਸਟੈਂਡਿੰਗ ਦੇ ਨਾਲ ਰਹੋ ਅਤੇ ਆਪਣੀ ਪਤਨੀ ਨੂੰ ਇੱਕ ਚੰਗਾ ਦਰਜਾ ਦਿਓ। ਜੇ ਤੁਸੀਂ ਨਹੀਂ ਚੰਗਾ ਦਰਜਾ ਦਿੰਦੇ, ਕਿਉਂਕਿ ਉਹ ਪ੍ਰਭੂ ਤੁਹਾਨੂੰ ਕਹਿੰਦਾ ਹੈ, ਜੇ ਨਹੀਂ ਦਿੰਦੇ ਉਹ ਚੰਗਾ ਦਰਜਾ, ਅਤੇ ਉਹ ਕਹਿੰਦਾ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਵੀ ਨਹੀਂ ਦਿੱਤਾ ਜਾਵੇਗਾ। ਕਈ ਵਾਰੀ ਸਾਡੀ ਪ੍ਰਾਰਥਨਾਵਾਂ ਪ੍ਰਭੂ ਨਹੀਂ ਸੁਣਦਾ, ਕਿਉਂਕਿ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਸਪੈਸ਼ਲੀ ਆਪਣੀ ਵਾਈਫ ਦੀ ਕਦਰ ਨਹੀਂ ਕਰਦੇ। ਅਤੇ ਵਾਈਫ ਨੂੰ ਵੀ ਚਾਹੀਦਾ ਹੈ ਕਿ ਹਸਬੈਂਡ ਦੀ ਕਦਰ ਕਰੇ। ਇਹ ਦੋ ਤਰਫਾ ਹੁੰਦਾ ਹੈ ਗੱਲ, ਇਹ ਇੱਕ ਤਰਫਾ ਨਹੀਂ ਹੁੰਦਾ। ਜੇ ਹਸਬੈਂਡ ਚੰਗਾ ਹੈ ਅਤੇ ਵਾਈਫ ਨੂੰ ਵੀ ਚਾਹੀਦਾ ਕਿ ਉਹ ਚੰਗਾ ਕਰੇ ਆਪਣੇ ਹਸਬੈਂਡ ਨਾਲ। ਜੇ ਹਸਬੈਂਡ ਦੀ ਵਾਈਫ ਚੰਗੀ ਹੈ ਅਤੇ ਹਸਬੈਂਡ ਨੂੰ ਵੀ ਚਾਹੀਦਾ ਕਿ ਆਪਣੀ ਵਾਈਫ ਨਾਲ ਉਹ ਚੰਗਾ ਕਰੇ। ਅਤੇ ਮਾਂ ਬਾਪ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀ ਮੈਰਿਜ ਦੇ ਵਿੱਚ ਇੱਕ ਸ਼ਾਂਤੀ ਲੈ ਕੇ ਆਉਣ, ਚੰਗੀ ਸੋਚ ਲੈ ਕੇ ਆਉਣ। ਸਿਆਣਿਆਂ ਦੀ ਕਈ ਵਾਰੀ ਹੈ ਨਾ ਗੱਲ ਸੁਣਨੀ ਚਾਹੀਦੀ ਹੈ, ਅਤੇ ਸਿਆਣਿਆਂ ਨੂੰ ਵੀ ਚਾਹੀਦਾ ਹੈ ਕਿ ਗੱਲ ਚੰਗੀ ਦੱਸਣ, ਤਾਂ ਕਿ ਜਿਹੜੇ ਉਹਨਾਂ ਦੇ ਨਿਆਣੇ ਹੁੰਦੇ ਹਨ ਉਹ ਵੀ ਉਹ ਗੱਲ ਨੂੰ ਸੁਣ ਕੇ ਅਪਣਾ ਲੈਣ। ਕਈ ਵਾਰੀ ਕੀ ਹੁੰਦਾ ਹੈ ਕਿ ਮਾਂ ਬਾਪ ਨੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਇੰਨਾ ਦਖਲ ਦਿੱਤਾ ਹੁੰਦਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕਦੀ ਸ਼ਾਂਤੀ ਹੀ ਨਹੀਂ ਮਿਲਦੀ, ਉਹਨਾਂ ਦੇ ਵਿਆਹ ਦੇ ਵਿੱਚ ਵੀ। ਇਸ ਕਰਕੇ ਮਾਂ ਬਾਪ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਲਈ ਪ੍ਰਾਰਥਨਾ ਕਰਨ, ਉਹਨਾਂ ਦੇ ਚੰਗੇ ਵਿਆਹ ਲਈ ਪ੍ਰਾਰਥਨਾ ਕਰਨ ਕਿ ਖੁਦਾਵੰ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਬਰਕਰਾਰ ਰੱਖੇ। ਇਹ ਮਾਂ ਬਾਪ ਦਾ ਕੰਮ ਹੁੰਦਾ ਹੈ ਕਿ ਚੰਗੇ ਸੁਜੈਸ਼ਨ ਦੇਣ, ਅਤੇ ਜੇ ਕੋਈ ਲੋੜ ਹੁੰਦੀ ਹੈ ਉਹਨਾਂ ਦੀ ਹੈਲਪ ਕਰਨ। ਅਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਜਦੋਂ ਵਿਆਹ ਹੋ ਗਏ ਉਹਨਾਂ ਦੇ, ਉਹ ਆਪਣੀ ਮਾਂ ਬਾਪ ਦੀ ਕਦਰ ਕਰਨ, ਉਹਨਾਂ ਦੀ ਵੀ ਗੱਲ ਨੂੰ ਸੁਣਨ, ਉਹਨਾਂ ਦੀ ਗੱਲ ਨੂੰ ਵੀ ਸਹਾਰ ਲੈਣ। ਕਿਉਂਕਿ ਬਜ਼ੁਰਗ ਲੋਕਾਂ ਦਾ ਇੱਕ ਆਪਣਾ ਹੁੰਦਾ ਹੈ, ਆਪਣੀ ਅੰਡਰਸਟੈਂਡਿੰਗ ਹੁੰਦੀ ਹੈ। ਕਈ ਵਾਰੀ ਉਹ ਸਾਨੂੰ ਨਹੀਂ ਚੰਗੀ ਲੱਗਦੀ, ਪਰ ਫਿਰ ਵੀ ਸਾਨੂੰ ਗੱਲ ਸੁਣ ਲੈਣੀ ਚਾਹੀਦੀ ਹੈ, ਕਿਉਂਕਿ ਮਸੀਹ ਦੇ ਵਿੱਚ ਅਸੀਂ ਸਾਰੇ ਹਲੀਮ ਹੋ ਕੇ ਚੱਲਦੇ ਹਾਂ। ਇਸੇ ਕਰਕੇ ਪੌਲੁਸ ਕਹਿੰਦਾ ਹੈ, ਜਿਹੜਾ ਕੋਈ ਆਤਮਾ ਨਾਲ ਭਰਿਆ ਹੁੰਦਾ ਹੈ ਉਹ ਹਲੀਮੀ ਨਾਲ ਚੱਲੇ, ਉਹ ਆਪਣੇ ਹਰੇਕ ਰਿਸ਼ਤੇ ਨਾਤਿਆਂ ਦੇ ਵਿੱਚ ਹਲੀਮੀ ਨਾਲ ਚੱਲੇ। ਅਤੇ ਇਹ ਤਾਂ ਗੱਲ ਹੋ ਗਈ ਅੱਜ ਹਸਬੈਂਡ ਅਤੇ ਵਾਈਫ ਦੀ। ਹਸਬੈਂਡ ਵਾਈਫ ਦੇ ਉੱਤੇ ਤਾਂ ਬਹੁਤ ਲੋਕਾਂ ਨੇ ਕਿਤਾਬਾਂ ਵੀ ਲਿਖੀਆਂ ਹੋਈਆਂ ਹਨ, ਅਤੇ ਮੈਂ ਜਿੰਨਾ ਕਹਿ ਸਕਾਂ ਉਹ ਘੱਟ ਹੈ। ਫਾਈਨੈਂਸਿਸ ਦੇ ਕਰਕੇ ਵਿਆਹ 'ਚ ਪ੍ਰੋਬਲਮ ਆ ਜਾਂਦੀ ਹੈ, ਅਫੇਅਰਸ ਆ ਜਾਂਦੇ ਹਨ। ਜੇ ਤੁਸੀਂ ਕੰਮ 'ਤੇ ਜਾਂਦੇ ਹੋ, ਕਈ ਵਾਰੀ ਤੁਹਾਨੂੰ ਦੂਜੇ ਲੋਕ ਚੰਗੇ ਲੱਗ ਪੈਂਦੇ ਹਨ, ਅਤੇ ਉਹਦੇ ਨਾਲ ਕੀ ਹੁੰਦਾ, ਕਈ ਵਾਰੀ ਅਫੇਅਰ ਪੈ ਜਾਂਦੇ ਹਨ। ਆਪਣੇ ਆਪ ਨੂੰ ਸ਼ੁੱਧ ਰੱਖੋ, ਆਪਣੇ ਆਪ ਨੂੰ ਅਫੇਅਰ ਵਿੱਚ ਨਾ ਪਾਓ। ਜੇ ਤੁਹਾਡਾ ਵਿਆਹ ਹੋਇਆ ਹੈ, ਇੱਕ ਦੇ ਨਾਲ ਰਹੋ, ਅਤੇ ਪ੍ਰਭੂ ਨਹੀਂ ਚਾਹੁੰਦਾ ਕਿ ਤੁਹਾਡਾ ਡਿਵੋਰਸ ਹੋਵੇ। ਪ੍ਰਭੂ ਨਹੀਂ ਚਾਹੁੰਦਾ ਕਿ ਤੁਸੀਂ ਇੱਕ ਦੂਜੇ ਨੂੰ ਛੱਡੋ। ਪ੍ਰਭੂ ਚਾਹੁੰਦਾ ਹੈ ਕਿ ਤੁਹਾਡੇ ਵਿਆਹ 'ਚ ਉੱਨਤੀ ਆਵੇ, ਖੁਸ਼ਹਾਲੀ ਆਵੇ, ਸ਼ਾਂਤੀ ਆਵੇ, ਅਤੇ ਤੁਸੀਂ ਆਪਣੇ ਵਿਆਹ ਨੂੰ ਇੰਜੋਏ ਕਰ ਸਕੋ। ਅਤੇ ਸਾਨੂੰ ਚਾਹੀਦਾ ਹੈ ਕਿ ਇੱਕ ਦੂਜੇ ਲਈ ਅਸੀਂ ਪ੍ਰਾਰਥਨਾ ਕਰੀਏ। ਸਾਨੂੰ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਕਿ ਵਿਆਹੇ ਹੋਏ ਹਨ। ਸਾਨੂੰ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਵਿਆਹੇ ਨਹੀਂ ਹੋਏ, ਉਹ ਆਪਣਾ ਮੈਰਿਜ ਪਾਰਟਨਰ ਲੱਭ ਰਹੇ ਹੋ। ਜਿਵੇਂ ਪੌਲੁਸ ਕਹਿੰਦਾ ਹੈ ਕਿ ਇੱਕ ਜੋ ਆਦਮੀ ਆਪਣੇ ਸਰੀਰ ਨੂੰ ਪ੍ਰੇਮ ਕਰਦਾ ਹੈ, ਉਹ ਆਪਣੇ ਆਪ ਨੂੰ ਪ੍ਰੇਮ ਕਰਦਾ ਹੈ, ਅਤੇ ਜੋ ਇੱਕ ਆਦਮੀ ਆਪਣੀ ਵਾਈਫ ਨੂੰ ਪ੍ਰੇਮ ਕਰਦਾ ਹੈ, ਉਹ ਆਪਣੇ ਆਪ ਨਾਲ ਪ੍ਰੇਮ ਰੱਖਦਾ ਹੈ, ਕਿਉਂਕਿ ਵਾਈਫ ਹੁਣ ਆਦਮੀ ਦਾ ਹਿੱਸਾ ਬਣ ਗਈ। ਅਤੇ ਆਦਮੀ ਜੋ ਹੁੰਦਾ ਹੈ ਉਹ ਆਪਣੀ ਔਰਤ ਦਾ, ਆਪਣੀ ਵਾਈਫ ਦਾ, ਹਸਬੈਂਡ ਜੋ ਹੁੰਦਾ ਹੈ ਆਪਣੀ ਵਾਈਫ ਦਾ ਹਿੱਸਾ ਬਣ ਗਿਆ, ਅਤੇ ਕੋਈ ਆਪਣੇ ਸਰੀਰ ਨੂੰ ਨਫ਼ਰਤ ਨਹੀਂ ਕਰਦਾ। ਇਸ ਕਰਕੇ ਬਾਈਬਲ ਕਹਿੰਦੀ ਹੈ, ਜਦੋਂ ਇੱਕ ਇਨਸਾਨ ਦਾ ਵਿਆਹ ਹੁੰਦਾ ਹੈ, ਦੋ ਇਨਸਾਨਾਂ ਦਾ ਜਦੋਂ ਵਿਆਹ ਹੋ ਗਿਆ, ਉਹ ਇੱਕ ਹੋ ਗਏ। ਇਸ ਕਰਕੇ ਕੋਈ ਆਪਣੇ ਆਪ ਨੂੰ ਨਫ਼ਰਤ ਨਹੀਂ ਕਰਦਾ। ਜੇ ਇੱਕ ਆਦਮੀ ਆਪਣੀ ਔਰਤ ਦਾ ਤਿਰਸਕਾਰ ਕਰਦਾ ਹੈ, ਉਹ ਆਪਣਾ ਆਪ ਖੁਦ ਦਾ ਤਿਰਸਕਾਰ ਕਰਦਾ ਹੈ, ਅਤੇ ਜੇ ਇੱਕ ਔਰਤ ਆਪਣਾ ਹਸਬੈਂਡ ਦਾ ਤਿਰਸਕਾਰ ਕਰਦੀ ਹੈ, ਉਹ ਆਪਣੇ ਆਪ ਦਾ ਤਿਰਸਕਾਰ ਕਰਦੀ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਇਹ ਗੱਲਾਂ ਨੂੰ ਅਸੀਂ ਯਾਦ ਰੱਖੀਏ। ਇਹ ਗੱਲਾਂ ਬਹੁਤ ਹੀ ਜ਼ਰੂਰੀ ਹੈ। ਮੈਂ ਕਈ ਵਾਰੀ ਦੇਖਦਾ ਵੀ ਹੁੰਦਾ ਹਾਂ, ਦੁਨੀਆ ਦੇ ਵਾਂਗੂ ਮੈਰਿਜ ਪਾਰਟਨਰ ਨਾ ਲੱਭੋ, ਪ੍ਰਭੂ ਦੇ ਕੋਲੋਂ ਜਾ ਕੇ ਮੰਗੋ। ਅਤੇ ਜੇ ਤੁਸੀਂ ਸਿੰਗਲ ਹੋ
ਸ਼ਾਇਦ ਤੁਹਾਡਾ ਵਿਆਹ ਨਹੀਂ ਹੋਇਆ, ਤੁਸੀਂ ਆਪਣਾ ਮੈਰਿਜ ਪਾਰਟਨਰ ਕਿੱਥੇ ਲੱਭਣਾ ਪਸੰਦ ਕਰੋਗੇ? ਨਾਈਟ ਕਲੱਬ 'ਚ ਜਾਂ ਚਰਚ ਦੇ ਵਿੱਚ? ਨਾਈਟ ਕਲੱਬ 'ਚ ਤੁਹਾਨੂੰ ਚੰਗਾ ਪਾਰਟਨਰ ਨਹੀਂ ਲੱਭੇਗਾ, ਇਸ ਕਰਕੇ ਚਰਚ ਜਾਓ, ਪ੍ਰਾਰਥਨਾ ਕਰੋ, ਖੁਦਾਵੰਦ ਤੋਂ ਮੰਗੋ, ਖੁਦਾਵੰਦ ਤੁਹਾਨੂੰ ਦੇਵੇਗਾ। ਅਤੇ ਜੋ ਕੋਈ ਤੁਸੀਂ ਪ੍ਰਾਰਥਨਾ ਚੰਗੀ ਕਰਦੇ ਹੋ ਅਤੇ ਖੁਦਾਵੰਦ ਤੁਹਾਨੂੰ ਚੰਗਾ ਦਿੰਦਾ ਹੈ। ਪ੍ਰਭੂ ਇਹ ਕਹਿੰਦਾ ਹੈ ਕਿ ਜੇ ਤੁਸੀਂ ਮੇਰੇ ਕੋਲੋਂ ਮੱਛੀ ਮੰਗੋ ਤਾਂ ਮੈਂ ਤੁਹਾਨੂੰ ਕੀ ਸੱਪ ਦੇਵਾਂਗਾ? ਜੇ ਤੁਸੀਂ ਮੇਰੇ ਕੋਲ ਰੋਟੀ ਮੰਗੋਗੇ ਕੀ ਮੈਂ ਤੁਹਾਨੂੰ ਪੱਥਰ ਦੇਵਾਂਗਾ? ਉਹ ਕਹਿੰਦਾ ਮੈਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਜਾਣਦਾ ਹਾਂ, ਪਰ ਜੇ ਤੁਸੀਂ ਵਿਸ਼ਵਾਸ ਦੇ ਨਾਲ ਆ ਕੇ ਮੰਗੋਗੇ ਤਾਂ ਤੁਸੀਂ ਪਾਓਗੇ। ਪ੍ਰਭੂ ਉੱਤੇ ਵਿਸ਼ਵਾਸ ਰੱਖੋ ਅਤੇ ਪ੍ਰਭੂ ਦੇ ਨਾਲ ਚੱਲਦੇ ਰਹੋ ਅਤੇ ਪ੍ਰਭੂ ਤੁਹਾਨੂੰ ਦੇਵੇਗਾ। ਅਤੇ ਇਹ ਇੱਕ ਮੈਂ ਤੁਹਾਨੂੰ ਇੱਕ ਦਿਲਾਸਾ ਦੇ ਸਕਦਾ ਹਾਂ ਕਿ ਜਦੋਂ ਅਸੀਂ ਪ੍ਰਭੂ ਦੇ ਨਾਲ ਚੱਲਦੇ ਹਾਂ, ਪ੍ਰਭੂ ਸਾਡੀ ਦੇਖਭਾਲ ਕਰਦਾ ਹੈ। ਅਤੇ ਅੱਜ ਮੈਂ ਇੱਥੇ ਹੀ ਰੁਕਾਂਗਾ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਇਸ ਵਚਨ ਦੇ ਦੁਆਰਾ ਚੰਗੀ ਬਰਕਤ ਦੇਵੇ। ਆਮੀਨ।